सत श्री अकाल, स्वागत है तुहाडे सारिਆਂ ਦਾ ਇਨ ਫੋਕਸ ਦੇ ਵਿੱਚ ਤੇ ਮੈਂ ਹਾਂ ਤਰੁਣਦੀਪ ਸਿੰਘ। ਪਲਾਸਟਿਕ ਦੀ ਵੱਧ ਰਹੀ ਵਰਤੋਂ ਦੇ ਚਲਦਿਆਂ এনवायरमेंट ਵਿੱਚ ਵੱਖ-ਵੱਖ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਕਈ ਦੇਸ਼ਾਂ ਵੱਲੋਂ ਇਸ ਵਨ ਟਾਈਮ ਯੂਜ਼ ਪਲਾਸਟਿਕ ਦੇ ਉਤਪਾਦ ਤੇ ਰੋਕ ਵੀ ਲਗਾਈ ਜਾ ਰਹੀ ਹੈ ਤੇ ਕਈ ਲੋਕ ਐਸੇ ਵੀ ਹਨ ਜਿਨ੍ਹਾਂ ਵੱਲੋਂ ਇਸ ਪਲਾਸਟਿਕ ਨੂੰ ਰੀਸਾਈਕਲ ਵੀ ਕੀਤਾ ਜਾ ਰਿਹਾ ਹੈ ਅਤੇ এনवायरमेंट ਦੀ ਬਿਹਤਰੀ ਵਾਸਤੇ ਕੰਮ ਵੀ ਕੀਤਾ ਜਾ ਰਿਹਾ ਹੈ। ਐਸੇ ਸੰਬੰਧ ਵਿੱਚ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਹਨ ਵੁੱਡਮੈਕ ਤੋਂ ਪ੍ਰਤਾਪ ਸਿੰਘ ਅਤੇ ਜਤਿੰਦਰਪਾਲ ਸਿੰਘ। ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਪੀਟੀਸੀ ਪੰਜਾਬੀ ਕੈਨੇਡਾ ਤੇ। ਥੈਂਕ ਯੂ। ਹਾਂਜੀ, ਤੇ ਸਭ ਤੋਂ ਪਹਿਲਾਂ ਤੁਸੀਂ ਆਪਣੀ ਕੰਪਨੀ ਤੇ ਜਿਹੜਾ ਤੁਹਾਡਾ ਰੋਲ ਹੈ ਕੰਪਨੀ ਦੇ ਵਿੱਚ ਉਹਦੇ ਬਾਰੇ ਸਾਨੂੰ ਦੱਸੋ। ਮੇਰਾ ਨਾਮ ਪ੍ਰਤਾਪ ਸਿੰਘ ਹੈ ਜੀ। ਮੈਂ ਇੰਡੀਆ ਤੋਂ ਨਿਊ ਐਂਟਰਪ੍ਰੈਨਿਓਰ ਕੈਨੇਡਾ ਦੇ ਵਿੱਚ ਆਇਆ ਸੀ ਔਰ ਕੈਨੇਡਾ ਦੀ ਜਿਹੜੀ ਬਹੁਤ ਵੱਡੀ ਪ੍ਰੋਬਲਮ ਆ ਪਲਾਸਟਿਕ ਦੀ ਵੇਸਟ ਦੀ, ਜਿੱਦਾਂ ਕਿ ਅਸੀਂ ਪਿਛਲੇ ਲਗਭਗ 15 ਸਾਲ ਤੋਂ ਇੰਡੀਆ ਦੇ ਵਿੱਚ ਉਸ ਦਾ ਸੋਲਿਊਸ਼ਨ ਕੀਤਾ ਸੀ। ਪਲਾਸਟਿਕ ਦੀ ਵੇਸਟ ਨੂੰ ਰੀਸਾਈਕਲ ਕਰਕੇ ਆਪਾਂ ਉਹਦੇ ਵਾਸਤੇ ਕੁਝ ਮਸ਼ੀਨਾਂ ਬਣਾਈਆਂ, ਕੁਝ ਉਹਦੇ ਯੂਨਿਟ ਲਗਾਏ ਔਰ ਪਲਾਸਟਿਕ ਨੂੰ ਅੱਜ ਇੰਡੀਆ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਪਲਾਸਟਿਕ ਦੀ ਵੇਸਟ ਨੂੰ ਟੈਕਲ ਕਰਕੇ ਤੇ ਉਹਦੇ ਪ੍ਰੋਡਕਟਸ ਬਣਾ ਕੇ ਘਰਾਂ ਦੇ ਵਿੱਚ ਯੂਜ਼ ਹੋ ਰਹੇ ਨੇ, ਜਿਹਦੇ ਨਾਲ ਕਿ এনवायरमेंट ਸੇਵ ਹੋ ਰਿਹਾ ਔਰ ਪਲਾਸਟਿਕ ਦੀ ਵੇਸਟ ਦੀ ਜਿਹੜੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਰਹੀ ਸੀ ਇੰਡੀਆ ਦੇ ਵਿੱਚ ਉਹ ਕੰਟਰੋਲ ਹੋ ਰਹੀ ਹੈ। ਹੁਣ ਮੈਂ ਇਹੋ ਮਿਸ਼ਨ ਨੂੰ ਲੈ ਕੇ ਕੈਨੇਡਾ ਦੇ ਵਿੱਚ ਮੈਂ, ਮੇਰਾ ਬ੍ਰਦਰ, ਸਾਡੀ ਫੈਮਿਲੀ ਦੇ ਸਾਰੇ ਮੈਂਬਰ ਜਿਹੜੇ ਆ, ਮੇਰਾ ਬੇਟਾ, ਬ੍ਰਦਰ ਦਾ ਬੇਟਾ, ਮੇਰੀ ਬੇਟੀ ਔਰ ਸਾਡੀ ਸਾਰੀ ਫੈਮਿਲੀ ਜਿਹੜੀ ਆ ਇਸ ਮਿਸ਼ਨ ਨੂੰ ਲੈ ਕੇ ਕੈਨੇਡਾ ਦੇ ਵਿੱਚ ਆਏ ਸੀ ਕਿ ਇੱਥੇ ਜਿਹੜਾ ਪਲਾਸਟਿਕ ਵੇਸਟ ਬਹੁਤ ਜ਼ਿਆਦਾ ਪਾਈਲ ਅਪ ਹੋ ਰਿਹਾ ਸੀ ਉਸ ਨੂੰ ਆਪਾਂ ਇੰਡੀਆ ਦੇ ਤੌਰ ਤੇ, ਜਿਸ ਤਰ੍ਹਾਂ ਇੰਡੀਆ ਦੇ ਵਿੱਚ ਉਸ ਨੂੰ ਰੀਸਾਈਕਲ ਕਰਕੇ ਉਹਦੇ ਪ੍ਰੋਡਕਟ ਬਣਾਏ ਨੇ, ਉਹ ਅਸੀਂ ਉਹਦੇ ਪ੍ਰੋਡਕਟ ਬਣਾ ਕੇ ਘਰਾਂ ਦੇ ਵਿੱਚ ਯੂਜ਼ ਕਰਨ ਵਾਸਤੇ ਇਹਨਾਂ ਨੂੰ ਕੈਨੇਡਾ ਦੇ ਵਿੱਚ ਨਵੇਂ ਯੂਨਿਟ ਲਗਾਈਏ ਔਰ ਪਲਾਸਟਿਕ ਦੀ ਵੇਸਟ ਨੂੰ ਕੰਟਰੋਲ ਕਰਨ ਦੇ ਵਿੱਚ ਜਿਹੜੀ ਗਵਰਨਮੈਂਟ ਆਫ ਕੈਨੇਡਾ ਦਾ ਮਿਸ਼ਨ ਹੈ ਜ਼ੀਰੋ ਪਲਾਸਟਿਕ ਵੇਸਟ ਮਿਸ਼ਨ, ਉਹਦੇ ਵਾਸਤੇ ਉਹਨੂੰ ਹੀ ਸਪੋਰਟ ਕਰੀਏ ਔਰ ਆਉਣ ਵਾਲੇ ਟਾਈਮ ਦੇ ਵਿੱਚ এনवायरमेंट ਨੂੰ ਬਹੁਤ ਜ਼ਿਆਦਾ ਦੂਸ਼ਿਤ ਹੋਣ ਤੋਂ ਬਚਾਈਏ। ਜੀ ਬਿਲਕੁਲ। ਸੋ ਹਰ ਕੰਮ ਨੂੰ ਸ਼ੁਰੂ ਕਰਨ ਲਈ ਇੱਕ ਜਿਹੜੀ ਇਨਸਪੀਰੇਸ਼ਨ ਹੈਗੀ ਹੈ ਉਹ ਚਾਹੀਦੀ ਹੁੰਦੀ ਹੈ। ਸੋ ਤੁਹਾਡੀ ਇਨਸਪੀਰੇਸ਼ਨ ਕੀ ਸੀਗੀ? 2006 ਦੇ ਵਿੱਚ ਸਾਡੇ ਕੋਲ ਇੱਕ ਕੰਪਨੀ ਆ ਬੱਦੀ ਹਿਮਾਚਲ ਦੇ ਵਿੱਚ। ਗਵਰਨਮੈਂਟ ਨੇ ਕਿਹਾ ਕਿ ਤੁਸੀਂ ਪਲਾਸਟਿਕ ਵੇਸਟ ਨੂੰ ਲੈਂਡਫਿਲ 'ਚ ਨਹੀਂ ਪਾ ਸਕਦੇ ਤੇ ਉਹਨਾਂ ਨੇ ਇਹਦਾ ਬੜਾ ਸਖਤ ਨੋਟਿਸ ਲਿਆ ਤੇ ਕੰਪਨੀ ਨੂੰ ਕਿਹਾ ਕਿ ਜਾਂ ਤੇ ਇਹ ਤੁਸੀਂ ਆਪਣਾ ਕੰਮ ਬੰਦ ਕਰ ਦਿਓ ਜਾਂ ਇਹਦੀ ਵੇਸਟ ਦਾ ਕੋਈ ਹੱਲ ਕਰੋ। ਫਿਰ ਉਹ ਬਹੁਤ ਹੀ ਸੀਰੀਅਸ ਇਸ਼ੂ ਲੈ ਕੇ ਸਾਡੀ ਕੰਪਨੀ ਵੁੱਡਮੈਕ ਇੰਡਸਟਰੀ, ਜਿਹੜੀ ਕਿ ਅੰਮ੍ਰਿਤਸਰ ਦੇ ਵਿੱਚ ਅਸੀਂ ਹਾਈਡ੍ਰੋਲਿਕ ਪ੍ਰੈਸਾਂ ਬਣਾਉਂਦੇ ਹਾਂ ਔਰ ਕਾਫੀ ਫੇਮਸ ਨਾਮ ਹੋਣ ਕਰਕੇ ਉਹਨਾਂ ਨੇ ਨੈੱਟ 'ਤੇ ਸਰਚ ਕੀਤਾ, ਉਹ ਸਾਡੇ ਕੋਲ ਪਹੁੰਚ ਗਏ ਆਪਣੀ ਵੇਸਟ ਲੈ ਕੇ। ਕੁਛ ਇਸ ਤਰ੍ਹਾਂ ਦੀ ਵੇਸਟ ਹੈਗੀ ਜਿਸ ਤਰ੍ਹਾਂ ਪਲਾਸਟਿਕ ਦੀਆਂ ਟਿਊਬਾਂ ਜਿਨ੍ਹਾਂ ਤੋਂ ਬਗੈਰ ਆਪਾਂ ਰਹਿ ਨਹੀਂ ਸਕਦੇ, ਉਹ ਤੁਹਾਨੂੰ ਮੈਂ ਥੋੜ੍ਹੀਆਂ ਦਿਖਾਉਣਾ ਚਾਹਾਂਗਾ। ਜੀ ਬਿਲਕੁਲ। ਕਿ ਇਹ ਜਿਹੜੀਆਂ ਪਲਾਸਟਿਕ ਦੀਆਂ ਟਿਊਬਾਂ ਜਿਹੜੀ ਆਪਾਂ ਫੇਸ ਕਰੀਮ ਲਗਾਉਂਦੇ ਆ ਜਾਂ ਟੂਥਪੇਸਟ ਦੀਆਂ ਟਿਊਬਾਂ ਹੈਗੀਆਂ ਨੇ, ਇਹ ਸਾਰੀਆਂ ਜਿਹੜੀਆਂ ਟਿਊਬਸ ਨੇ ਇਹ ਹੋਰ ਕੋਈ ਇਹਦਾ ਸੋਲੂਸ਼ਨ ਨਹੀਂ ਹੈਗਾ ਕਿ ਪੇਪਰ 'ਚ ਨਹੀਂ ਆ ਸਕਦੀਆਂ, ਪਲਾਸਟਿਕ 'ਚ ਹੀ ਆਉਣਗੀਆਂ। ਬਿਲਕੁਲ। ਇਹ ਰੀਯੂਜ਼ ਔਰ ਇਹ ਰੀਸਾਈਕਲ ਕਿਉਂ ਨਹੀਂ ਹੋ ਪਾ ਰਹੀਆਂ? ਕਿਉਂਕਿ ਇਹ ਮਲਟੀ ਟਾਈਪ ਆਫ ਪਲਾਸਟਿਕ ਤੇ ਇਹਦੇ ਵਿੱਚ 30% ਐਲੂਮੀਨੀਅਮ ਹੈਗਾ ਫੋਇਲ। ਇਹ ਇੰਜੈਕਸ਼ਨ ਮੋਲਡਿੰਗ 'ਚ ਇਹਦੇ ਗ੍ਰੈਨੂਲਸ ਬਣ ਕੇ ਨਹੀਂ ਚੱਲ ਸਕਦੀ, ਇਸ ਕਰਕੇ ਉਹਨਾਂ ਦੇ ਵਾਸਤੇ ਇਹ ਬੜੀ ਵੱਡੀ ਪ੍ਰੋਬਲਮ ਸੀ। ਫਿਰ ਉਹ ਸਾਡੇ ਕੋਲ ਲੈ ਕੇ ਆਏ, ਫਿਰ ਅਸੀਂ ਉਹਦੇ 'ਤੇ ਰਿਸਰਚ ਕੀਤੀ, 2 ਸਾਲ ਆਪਾਂ ਸਟੱਡੀ ਕਰਦੇ ਰਹੇ ਤੇ R&D ਕੀਤੀ। ਫਿਰ ਅਸੀਂ ਕੀ ਕੀਤਾ, ਇਸ ਨੂੰ ਆਪਾਂ ਕ੍ਰਸ਼ ਕਰਕੇ ਤੇ ਇਸ ਤਰ੍ਹਾਂ ਦਾ ਆਪਾਂ ਪਾਊਡਰ ਬਣਾ ਦਿੱਤਾ, ਇਹਨੂੰ ਆਪਾਂ ਸ਼ਰੈਡ ਕਰ ਦਿੱਤਾ। ਤੁਹਾਨੂੰ ਐਲੂਮੀਨੀਅਮ ਦੇ ਕੰਟੈਂਟ ਨਜ਼ਰ ਆਉਣਗੇ ਔਰ ਕਲਰ ਵੀ ਹੈ, ਡਿਫਰੈਂਟ ਟਾਈਪ ਆਫ ਪਲਾਸਟਿਕ ਆ। ਫਿਰ ਅਸੀਂ ਇਹਦੇ ਵਾਸਤੇ ਇੱਕ ਮਸ਼ੀਨ ਡਿਵੈਲਪ ਕੀਤੀ ਇੰਡੀਆ 'ਚ, ਉਹਦੇ ਨਾਲ ਅਸੀਂ ਇਹਨੂੰ ਪ੍ਰੈਸ ਕਰਕੇ ਇਸ ਤਰ੍ਹਾਂ ਦੀ ਆਪਾਂ ਸ਼ੀਟ ਬਣਾ ਦਿੱਤੀ, ਜਿਹੜੀ ਕਿ ਹੁਣ ਪੈਨ ਇੰਡੀਆ ਦੇ ਵਿੱਚ ਸਾਰੇ ਲੋਕ ਇਹ ਜਿਹੜੀ ਸ਼ੀਟ ਦਾ ਫਰਨੀਚਰ ਬਣਾ ਰਹੇ ਆ, ਸਟੱਡੀ ਟੇਬਲ ਬਣ ਰਹੇ ਆ। ਇਹ ਜਿੱਥੇ ਡੈਂਪਨੈਸ ਹੈ, ਜਿੱਥੇ ਸਲਾਬੇ ਦਾ ਕੰਮ ਆ, ਗਿੱਲਾ ਆ, ਉੱਥੇ ਇਹ ਸ਼ੀਟਾਂ ਲੱਗ ਰਹੀਆਂ। ਪਾਰਕ ਬੈਂਚ ਬਣ ਰਹੇ ਆ, ਹਾਊਸ ਫਰਨੀਚਰ, ਹਸਪੀਟਲ ਫਰਨੀਚਰ, ਇਹ ਸਾਰਾ ਕੁਝ ਇਸ ਸ਼ੀਟ ਤੋਂ ਬਣ ਰਿਹਾ। ਹੋਰ ਵੀ ਕਾਫੀ ਪ੍ਰੋਡਕਟ ਉੱਥੇ ਬਣ ਰਹੇ। ਇਸ ਵੇਲੇ ਇੰਡੀਆ ਆਪਣੀ ਪਲਾਸਟਿਕ ਵੇਸਟ ਦਾ 60% ਰੀਸਾਈਕਲ ਕਰ ਰਿਹਾ, ਜਿਹੜਾ ਕਿ ਕੈਨੇਡਾ ਦੇ ਵਿੱਚ ਸਿਰਫ 10% ਰੀਸਾਈਕਲ ਹੋ ਰਿਹਾ, ਉਹ ਵੀ ਹੁਣ 9% ਰਹਿ ਗਿਆ। ਤੇ ਇਹ ਕਿਉਂਕਿ ਰੀਸਾਈਕਲਿੰਗ ਇੱਕ ਹਾਰਡ ਜੋਬ ਹੈ, ਇਹਨੂੰ ਕਰਨਾ ਬੜਾ ਮੁਸ਼ਕਿਲ ਹੈ ਤੇ ਜਿਹੜੀਆਂ ਅਸੀਂ ਮਸ਼ੀਨਸ ਡਿਵੈਲਪ ਕੀਤੀਆਂ ਉਹਦੇ ਨਾਲ ਇਹ ਕਾਫੀ ਈਜ਼ੀ ਹੋ ਗਿਆ। ਸੋ ਅਸੀਂ ਇਸ ਕੰਮ ਨੂੰ, ਯੂਨਿਟ ਨੂੰ ਇੱਥੇ ਲਗਾਉਣਾ ਚਾਹਾਂਗੇ। ਪਹਿਲਾਂ ਅਸੀਂ ਉਹਨਾਂ ਨੂੰ ਜਦੋਂ ਮਸ਼ੀਨਾਂ ਦਿੱਤੀਆਂ 2006 ਦੇ ਵਿੱਚ, ਤੇ ਉਹ ਕਹਿੰਦੇ ਕਿ ਸਾਡਾ ਕੰਮ ਤੇ ਟੂਥਪੇਸਟ ਟਿਊਬ ਬਣਾਉਣਾ ਹੈ। ਬਹੁਤ ਵੱਡੀ ਕੰਪਨੀ SL ਪੈਕੇਜਿੰਗ, ਉਹ 20 ਮਿਲੀਅਨ ਟਿਊਬਸ ਇੱਕ ਦਿਨ 'ਚ ਬਣਾਉਂਦੀ। ਠੀਕ ਹੈ। ਅਗਰ ਇੱਕ ਵੀ ਟਿਊਬ ਦੇ ਉੱਤੇ ਕੋਈ ਮਿਸ ਪ੍ਰਿੰਟ ਹੋ ਗਿਆ ਜਾਂ ਉਹਨਾਂ ਦੀ ਪ੍ਰੋਡਕਸ਼ਨ ਦੇ ਵਿੱਚ ਪ੍ਰੋਬਲਮ ਆ ਗਈ, ਉਹਨਾਂ ਦੀਆਂ 20 ਮਿਲੀਅਨ ਟਿਊਬਾਂ ਖਰਾਬ ਹੋ ਜਾਂਦੀਆਂ। ਇਹ 8x4 ਦੀ ਸ਼ੀਟ ਬਣਾਉਣ ਵਾਸਤੇ ਅਸੀਂ ਇਹਦੇ 'ਚ 20,000 ਟਿਊਬਾਂ
ਯੂਜ਼ ਕਰਦੇ ਆ। ਇਹਦੇ 'ਚ ਤੁਹਾਨੂੰ ਐਲੂਮੀਨੀਅਮ ਵੀ ਨਜ਼ਰ ਆ ਰਿਹਾ, ਤੁਸੀਂ ਦੇਖੋਗੇ ਐਲੂਮੀਨੀਅਮ ਵੀ ਨਜ਼ਰ ਆ ਰਿਹਾ। ਬਿਲਕੁਲ ਜੀ। ਇਹ ਸ਼ੀਟਾਂ ਦੇ ਵਿੱਚ ਜਦੋਂ ਅਸੀਂ ਇਹ ਸਟਾਰਟ ਕਰਨ ਵਾਸਤੇ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਗਏ ਕਿ ਇਹ ਕੰਮ ਤੁਸੀਂ ਕਰੋ, ਇਹ ਮਸ਼ੀਨਾਂ ਲਾਓ, ਇਹ ਨਵਾਂ ਪ੍ਰੋਜੈਕਟ ਆਇਆ, ਲੋਕਾਂ ਦੀ ਸਮਝ 'ਚ ਨਹੀਂ ਆਇਆ ਕਿਉਂਕਿ ਕੋਈ ਕਰਦਾ ਨਹੀਂ ਪਿਆ। ਬਿਲਕੁਲ ਜੀ। ਫਿਰ ਅਸੀਂ ਆਪ ਆਪਣੀਆਂ ਮਸ਼ੀਨਾਂ ਲਾ ਕੇ ਅਸੀਂ ਯੂਨਿਟ ਲਗਾਤਾ 2006 ਦੇ ਵਿੱਚ। ਫਿਰ ਅਸੀਂ ਇਸ ਵੇਲੇ ਉਹ ਯੂਨਿਟ ਅਸੀਂ ਅੱਗੇ ਸੇਲ ਆਊਟ ਕਰ ਦਿੱਤਾ ਹੈ ਔਰ ਉਹਦੇ ਇਸ ਤਰ੍ਹਾਂ ਦੇ 16 ਯੂਨਿਟ ਜਿਹੜੇ ਆ ਪੂਰੇ ਪੈਨ ਇੰਡੀਆ ਦੇ ਵਿੱਚ ਲੱਗ ਗਏ ਨੇ। ਠੀਕ ਹੈ ਜੀ। ਜਿੱਦਾਂ ਤੁਸੀਂ ਰੀਸਾਈਕਲਿੰਗ ਦੀ ਗੱਲ ਕੀਤੀ ਹੈ ਤੇ ਕਿਹੜੇ ਐਸੇ ਪ੍ਰੋਡਕਟਸ ਹੈਗੇ ਜਿਨ੍ਹਾਂ ਨੂੰ ਤੁਸੀਂ ਰੀਸਾਈਕਲ ਕਰ ਪਾਉਂਦੇ ਹੋ? ਜਿਸ ਤਰ੍ਹਾਂ ਇਹਦੇ ਵਿੱਚ ਅਸੀਂ ਉਸ ਪਲਾਸਟਿਕ ਨੂੰ ਟਾਰਗੇਟ ਕਰ ਰਹੇ ਹਾਂ ਕਿ ਜਿਹੜਾ ਈਜ਼ੀਲੀ ਰੀਸਾਈਕਲ ਨਹੀਂ ਕਰ ਰਿਹਾ ਔਰ ਕਿਸੇ ਕੋਲ ਹੋ ਨਹੀਂ ਰਿਹਾ। ਲਾਈਕ ਜਿਸ ਤਰ੍ਹਾਂ ਐਲੂਮੀਨੀਅਮ ਤੇ ਮਲਟੀ ਟਾਈਪ ਆਫ ਪਲਾਸਟਿਕ ਨੇ। ਜਿਹੜੇ ਨਾਰਮਲ ਪਲਾਸਟਿਕ ਹੈ ਜੈਸੇ ਤੁਹਾਡੀ ਦੁੱਧ ਵਾਲੀ ਕੈਨੀ ਹੈ, ਜਿਹਦੇ 'ਚ ਤੁਸੀਂ ਦੁੱਧ ਲੈ ਕੇ ਆਉਂਦੇ ਜੇ, ਉਹ ਤੇ ਈਜ਼ੀਲੀ ਸਿੰਗਲ ਟਾਈਪ ਆਫ ਪਲਾਸਟਿਕ ਹੈ, ਉਹਨੂੰ ਤੁਸੀਂ ਕ੍ਰਸ਼ ਕਰੋਗੇ, ਵਾਸ਼ ਕਰੋਗੇ, ਉਹਦਾ ਗ੍ਰੈਨੂਲ ਬਣਾ ਕੇ ਕੁਝ ਵੀ ਬਣਾ ਸਕਦੇ। ਠੀਕ ਹੈ, ਉਹ HDP ਹੈ। ਪਰ ਜਿਹੜੀ ਇਸ ਤਰ੍ਹਾਂ ਦਾ ਪਲਾਸਟਿਕ ਹੈ, ਮਲਟੀ ਟਾਈਪ ਆਫ ਪਲਾਸਟਿਕ ਨੇ, ਇਹ ਜਿਹੜੇ ਪਲਾਸਟਿਕ ਹੈ ਇਹਨਾਂ ਨੂੰ ਰੀਸਾਈਕਲ ਕਰਨਾ ਕਾਫੀ ਟਫ ਹੈ। ਲੇਕਿਨ ਜਿਹੜੀ ਸਾਡੀ ਟੈਕਨੋਲੋਜੀ, ਜੋ ਸਾਡੇ ਕੋਲ ਟੈਕਨੋਲੋਜੀ ਆ, ਉਹਦੇ ਨਾਲ ਇਹ ਕਾਫੀ ਕੰਮ ਈਜ਼ੀ ਹੋ ਜਾਂਦਾ। ਇਹਦੇ ਵਿੱਚ ਤੁਹਾਨੂੰ ਵਾਸ਼ਿੰਗ ਦੀ ਜ਼ਰੂਰਤ ਨਹੀਂ ਹੈ। ਇਹ ਫੂਡ ਗ੍ਰੇਡ ਹੈ, ਇਹਦੇ ਕੋਈ ਫਿਊਮਸ ਨਹੀਂ। ਤੁਸੀਂ ਘਰ ਦੇ ਵਿੱਚ ਯੂਜ਼ ਕਰੋਗੇ, ਤੁਸੀਂ ਇਹਨੂੰ ਚੈੱਕ ਕਰੋਗੇ, ਕੋਈ ਸਮੈਲ ਨਹੀਂ ਹੈ ਇਹਦੀ। ਠੀਕ ਹੈ। ਤੇ ਇਹ ਤੁਸੀਂ ਘਰ ਦੇ ਵਿੱਚ ਬੜੇ ਆਰਾਮ ਨਾਲ ਇਹਨੂੰ ਲਗਾ ਸਕਦੇ ਜੇ। ਔਰ ਦੂਸਰੇ ਜਿਹੜੇ ਤਰ੍ਹਾਂ ਦੇ ਪਲਾਸਟਿਕ ਹੈ ਉਹਦੀ ਅਸੀਂ ਇਹ ਫਲੋਰ ਟਾਈਲ ਵੀ ਬਣਾਤੀ ਹੈ, ਜਿਹੜੀ ਕਿ ਇਹ ਪਹਿਲਾਂ ਕੰਕਰੀਟ ਦੀ ਬਣਦੀ ਹੈ। ਕੰਕਰੀਟ ਨੂੰ ਆਪਾਂ ਰੀਯੂਜ਼ ਨਹੀਂ ਕਰ ਸਕਦੇ। ਇਹ ਅਗਰ ਤੁਸੀਂ 10 ਸਾਲ ਬਾਅਦ ਵੀ ਇਹਨੂੰ ਨਿਕਾਲੋਗੇ, ਇਹਨੂੰ ਤੁਸੀਂ ਫਿਰ ਰੀਸਾਈਕਲ ਕਰ ਸਕਦੇ ਆ। ਤੇ ਇਹ ਵਾਲੀ ਜਿਹੜੀ ਟਾਈਲ ਹੈ ਇਹ ਮਤਲਬ ਐਂਟੀ ਸਕਿਡ ਅਸੀਂ ਡਿਜ਼ਾਈਨ ਬਣਾਤਾ ਇਹਦਾ। ਇਹ ਹੈਗੀ ਆ ਇੰਟਰਲੋਕਿੰਗ ਟਾਈਲ। ਓਕੇ। ਔਰ ਇਹ ਕੰਕਰੀਟ ਦੀ ਜਗ੍ਹਾ ਤੇ ਜਗ੍ਹਾ ਲਏਗੀ ਔਰ ਸਾਰੀ ਸਾਡੀ ਜਿਹੜੀ ਵੇਸਟ ਹੈ, ਮੋਸਟ ਆਫ ਦੀ ਵੇਸਟ ਜਿਹੜੀ ਹੈ ਇਹਦੇ 'ਚ ਕੰਜ਼ਿਊਮ ਹੋ ਜਾਏਗੀ। ਠੀਕ ਹੈ ਜੀ। ਇਹ ਤਾਂ ਹੋ ਗਈ ਫਲੋਰਿੰਗ ਦੀ ਗੱਲ। ਇਹਦੇ ਨਾਲ ਹੋਰ ਕਿਹੜੇ ਐਸੇ ਪ੍ਰੋਡਕਟਸ ਨੇ ਜਿਹੜੇ ਇਸ ਤੋਂ ਬਣ ਸਕਦੇ ਨੇ? ਫਿਰ ਜਿਹੜੇ ਇਹ ਮੈਂ ਅਗਰ ਗੱਲ ਕਰਾਂ ਰੀਸਾਈਕਲਡ ਸ਼ੀਟ ਦੀ, ਔਰ ਰੀਸਾਈਕਲ ਸ਼ੀਟ ਲੋਕੀ ਯੂਜ਼ ਤੇ ਕਰ ਰਹੇ ਨੇ, ਲੇਕਿਨ ਉਹ ਚਾਹੁੰਦੇ ਨੇ ਕਿ ਅਸੀਂ ਘਰਾਂ ਦੇ ਵਿੱਚ ਯੂਜ਼ ਕਰਨੀ ਹੈ। ਇਹਦੀ ਸਾਨੂੰ ਜਿਹੜੀ ਲੁੱਕ ਆ, ਜਿਹੜੀ ਉਹ ਫਿਨਿਸ਼ ਆ, ਉਹ ਵੁੱਡ ਵਰਗੀ ਨਜ਼ਰ ਆਵੇ ਔਰ ਇਸ ਘਰਾਂ ਦੇ ਵਿੱਚ ਦੇਖਣ ਨੂੰ ਸੋਹਣਾ ਲੱਗੇ। ਬਿਲਕੁਲ। ਹਰ ਕੋਈ ਬੰਦਾ ਚਾਹੁੰਦਾ ਕਿ ਮੇਰੇ ਘਰ ਦੀ ਖੂਬਸੂਰਤੀ ਜਿਹੜੀ ਆ ਉਹ ਬਹੁਤ ਵਧੀਆ ਹੋਵੇ। ਲੇਕਿਨ ਹੁਣ ਪਲਾਸਟਿਕ ਦੀ ਜਿਹੜੀ ਇਹ ਰੀਸਾਈਕਲ ਸ਼ੀਟ ਆ, ਇਹਦੀ ਐਜ਼ ਇਟ ਇਜ਼ ਲੁੱਕ ਬਹੁਤ ਵਧੀਆ ਨਹੀਂ ਸੀ। ਇਸ ਕਰਕੇ ਆਪਾਂ ਇਹਨਾਂ ਨੂੰ ਤੁਸੀਂ ਅਗਰ ਦੇਖੋ ਧਿਆਨ ਨਾਲ ਤੇ ਇਹਨੂੰ ਆਪਾਂ ਵੁੱਡ ਦੀ ਸ਼ੇਪ ਦਿੱਤੀ ਆ। ਇਹਦੇ ਉੱਪਰ ਵੁੱਡ ਨੂੰ ਆਪਾਂ ਫਿਕਸ ਕਰਕੇ 95% ਇਹਦੇ ਵਿੱਚ ਪਲਾਸਟਿਕ ਦੀ ਵੇਸਟ ਆ। ਓਕੇ ਜੀ। ਸਿਰਫ 5% ਆਪਾਂ ਉੱਪਰ ਵੁੱਡ ਦਾ ਯੂਜ਼ ਕਰਕੇ ਜਾਂ ਆਪਾਂ ਇਹਦੇ ਉੱਪਰ ਲੈਮੀਨੇਟ ਕਰਕੇ ਇਹਦੀ ਖੂਬਸੂਰਤੀ ਵਧਾ ਦਿੱਤੀ ਆ ਤਾਂ ਕਿ ਘਰਾਂ ਦੇ ਵਿੱਚ ਬਹੁਤ ਈਜ਼ੀਲੀ ਯੂਜ਼ ਕਰ ਸਕੇ ਔਰ ਲੋਕਾਂ ਨੂੰ ਦੇਖਣ 'ਚ ਵੀ ਸੋਹਣਾ ਲੱਗੇ। ਠੀਕ ਹੈ ਜੀ। ਇੱਕ ਜਿਹੜੀ ਮੇਨ ਚੀਜ਼ ਹੁੰਦੀ ਹੈ, ਲੋਕੀ ਜਦ ਵੀ ਕੁਝ ਖਰੀਦਣ ਜਾਂਦੇ ਨੇ ਤੇ ਉਹ ਕੁਆਲਿਟੀ ਵੱਲ ਦੇਖਦੇ ਨੇ। ਸੋ ਇਹਦੀ ਕੁਆਲਿਟੀ ਜਿਹੜੀ ਪਲਾਸਟਿਕ ਜਿਹੜਾ ਆਮ ਦੁਕਾਨਾਂ ਵਿੱਚ ਮਿਲਦਾ ਹੈ ਜਾਂ ਜਿਹੜੀ ਲੱਕੜ ਹੈਗੀ ਆ ਆਮ ਦੁਕਾਨਾਂ ਵਿੱਚ ਮਿਲ ਰਹੀ ਹੈ, ਉਹ ਇਸ ਤੋਂ ਕਿਸ ਤਰ੍ਹਾਂ ਅਲੱਗ ਹੈ ਤੇ ਕਿਸ ਤਰ੍ਹਾਂ ਬਿਹਤਰ ਹੈ? ਅਗਰ ਮੈਂ ਕੁਝ ਇਹਦੇ ਫੀਚਰਸ ਦੀ ਗੱਲ ਕਰਾਂ ਕਿ ਇਹ ਕਿਉਂ ਵੁੱਡ ਨਾਲੋਂ ਜ਼ਿਆਦਾ ਬੈਟਰ ਆ ਔਰ ਕਿਉਂ ਡਿਊਰੇਬਲ ਆ, ਇੱਕ ਤੇ ਸਭ ਨੂੰ ਪਹਿਲੀ ਗੱਲ ਤੇ ਇਹ ਤੇ ਰੀਸਾਈਕਲ ਆ। ਇਹਦੇ ਵਿੱਚ ਕੋਈ এনवायरमेंट ਨੂੰ, ਕਿਸੇ ਫੋਰੈਸਟ ਨੂੰ ਹਾਰਮ ਨਹੀਂ ਕੀਤਾ ਗਿਆ ਇਹਨੂੰ ਬਣਾਉਣ ਵਾਸਤੇ। ਇਹ ਪਲਾਸਟਿਕ ਵੇਸਟ ਤੋਂ ਹੀ ਬਣਾਇਆ ਗਿਆ। ਦੂਸਰਾ ਸਭ ਨੂੰ ਵਧੀਆ ਜਿਹੜਾ ਇਹਦਾ ਫੀਚਰ ਆ, ਇਹ ਪਲਾਸਟਿਕ ਹੋਣ ਕਰਕੇ ਇਹਦੇ 'ਚ ਡੈਂਪਨੈਸ ਦਾ, ਸਲਾਬ ਦਾ ਜਿਹੜਾ ਨਾ, ਉਹਦੇ ਵਾਸਤੇ ਬਹੁਤ ਵਧੀਆ ਸੋਲੂਸ਼ਨ ਆ। ਕਿਤੇ ਵੀ ਘਰ ਦੇ ਵਿੱਚ ਸਲਾਬ ਆਉਂਦੀ ਆ, ਉੱਥੇ ਪਲਾਸਟਿਕ ਦੀ ਸ਼ੀਟ ਲਗਾ ਦਿਓ, ਇਹ ਬਿਲਕੁਲ ਸੇਫ ਆ। ਇਹਦੀ ਆਪਾਂ 20 ਸਾਲ ਦੀ ਕੰਪਨੀ ਗਾਰੰਟੀ ਦਿੰਦੀ ਆ। 20 ਸਾਲ ਬਾਅਦ ਵੀ ਅਗਰ ਤੁਹਾਡੀ ਸ਼ੀਟ ਨੂੰ ਕੁਛ ਹੁੰਦਾ, ਤੁਸੀਂ ਸਾਨੂੰ ਸ਼ੀਟ ਦੇ ਕੇ ਨਵੀਂ ਸ਼ੀਟ ਲੈ ਸਕਦੇ ਜੀ। ਮਤਲਬ ਇਹ ਜਿਹੜਾ ਪਲਾਸਟਿਕ ਆ, ਇਹ ਪਲਾਸਟਿਕ ਜਿਹੜਾ ਵਾ ਇਹ ਤੁਹਾਡੀ ਸਲਾਬ ਨੂੰ ਵੀ ਰੋਕਦਾ ਵਾ। ਫਿਰ ਇਹਦੇ ਵਿੱਚ ਨੇਲਿੰਗ ਪਾਵਰ, ਇਹਦੀ ਸਕਰਿਊਇੰਗ ਪਾਵਰ ਵੁੱਡ ਨਾਲੋਂ ਵੀ ਜ਼ਿਆਦਾ ਵਾ। ਠੀਕ ਹੈ। ਔਰ ਫਿਰ ਇਹ ਸਭ ਨੂੰ ਵੱਡੀ ਗੱਲ ਹੈ, ਇਹ ਜਿਸ ਤਰ੍ਹਾਂ ਵੁੱਡ ਨੂੰ ਅੱਗ ਲੱਗ ਜਾਂਦੀ ਆ, ਇਹਨੂੰ ਅੱਗ ਨਹੀਂ ਲੱਗਦੀ। ਓਕੇ। ਇਹ ਫਾਇਰ ਨੂੰ ਰਜਿਸਟ ਕਰਦਾ ਵਾ, ਫਾਇਰ ਨੂੰ ਫੈਲਣ ਦੇ ਵਿੱਚ ਮਦਦ ਨਹੀਂ ਕਰਦਾ, ਉਹਨੂੰ ਰਜਿਸਟ ਕਰਦਾ ਹੈ। ਠੀਕ ਹੈ ਜੀ। ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ 2006 ਤੋਂ ਤੁਸੀਂ ਇੰਡੀਆ 'ਚ ਕੰਮ ਕਰ ਰਹੇ ਹੋ, ਤੇ ਉਸ ਵੇਲੇ ਤੁਹਾਨੂੰ ਆਪਰੇਟ ਕਰਨ 'ਚ ਕੋਈ ਦਿੱਕਤਾਂ ਜਾਂ ਕੋਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ? ਹਾਂ, 2006 ਦੇ ਵਿੱਚ ਜਦੋਂ ਅਸੀਂ ਸ਼ੁਰੂ ਕੀਤਾ ਵਾ, ਇਹਦੀ ਟੈਕਨੋਲੋਜੀ ਨੂੰ ਲੈ ਕੇ, ਇਹਦੇ ਫੀਚਰਸ ਨੂੰ ਲੈ ਕੇ, ਇਹਦੇ ਰॉ ਮਟੀਰੀਅਲ ਨੂੰ ਲੈ ਕੇ ਬਹੁਤ ਸਾਰੀਆਂ ਦਿੱਕਤਾਂ ਸੀ। ਗਵਰਨਮੈਂਟ ਵੀ ਸਾਨੂੰ ਮਤਲਬ ਉਹ ਕਹਿ ਰਹੀ ਸੀ ਕਿ ਤੁਸੀਂ ਅਗਰ ਇਹਨੂੰ ਕਰ ਰਹੇ ਜੇ, ਕੋਈ ਐਮਿਸ਼ਨਸ ਆਉਣਗੀਆਂ ਇਹਦੀਆਂ, ਸਾਨੂੰ ਬਹੁਤ ਸਾਰੀਆਂ ਅਪਰੂਵਲਸ ਲੈਣੀਆਂ ਪਈਆਂ ਉਸ ਟਾਈਮ ਤੇ। ਲੇਕਿਨ ਅਲਟੀਮੇਟਲੀ ਬਾਅਦ 'ਚ ਉਹਨਾਂ ਨੇ ਇਹੋ ਹੀ ਦੇਖਿਆ ਕਿ ਇਹਦੇ ਤੋਂ ਕੋਈ ਚੀਜ਼ ਹਾਰਮਫੁਲ, ਕੋਈ ਐਮਿਸ਼ਨਸ ਨਹੀਂ ਹੋ ਰਹੀਆਂ, ਕੋਈ ਇਹਦਾ ਕੋਈ ਗੰਦਾ ਕੰਮ ਨਹੀਂ ਆ। ਮਤਲਬ ਇਹ ਨੀਟ ਐਂਡ ਕਲੀਨ ਸੀਗਾ, ਕਿਉਂਕਿ ਇਹ ਜਿਹੜੀਆਂ ਜਿੰਨੀਆਂ ਵੀ ਪਲਾਸਟਿਕ ਦੀਆਂ ਵੇਸਟ ਟਿਊਬ ਸੀ ਨਾ, ਉਹ ਸਾਰੀਆਂ ਫੈਕਟਰੀਜ਼ ਦੇ ਵਿੱਚੋਂ ਹੀ ਨਿਕਲ ਰਹੀਆਂ ਸੀ ਔਰ ਉਹ ਫਰੈਸ਼ ਸੀ।
ਉਹਨਾਂ 'ਚ ਕੋਈ ਟੂਥਪੇਸਟ ਜਾਂ ਕਰੀਮ ਪਾਉਣ ਤੋਂ ਪਹਿਲਾਂ ਹੀ ਉਹ ਸ਼ੀਟ ਜਿਹੜੀਆਂ ਟਿਊਬਸ ਵੇਸਟ ਹੋ ਜਾਂਦੀਆਂ ਸੀ ਨਾ, ਉਹੋ ਹੀ ਅਸੀਂ ਉਹਨਾਂ ਨੂੰ ਕ੍ਰਸ਼ ਕਰਕੇ ਉਹਨਾਂ ਦੇ ਵਿੱਚ ਹੀ ਆਪਣੇ ਕੁਝ ਚੀਜ਼ਾਂ ਐਡੀਟਿਵਸ ਮਿਲਾ ਕੇ ਇਹਨੂੰ ਸ਼ੀਟ ਨੂੰ ਆਪਾਂ ਤਿਆਰ ਕੀਤਾ, ਜਿਹੜੀ ਕਿ ਇੰਡੀਆ ਦੇ ਵਿੱਚ ਤੇ ਅੱਜ ਹਰ ਘਰ ਦੇ ਵਿੱਚ ਹਰ ਬੰਦੇ ਨੂੰ ਇਹ ਪਸੰਦ ਆ ਰਹੀ ਹੈ ਸ਼ੀਟ। ਸੋ ਜਿਵੇਂ ਹਰ ਕੰਪਨੀ ਦੇ ਕੋਈ ਮਿਸ਼ਨ ਜਾਂ ਵਿਜ਼ਨ ਹੁੰਦੇ ਆ, ਸੋ ਵੁੱਡਮੈਕ ਦਾ ਕੀ ਮਿਸ਼ਨ ਹੈਗਾ? ਸਾਡਾ ਕੈਨੇਡਾ ਦੇ ਵਿੱਚ ਆਉਣ ਦਾ ਸਭ ਤੋਂ ਪਹਿਲਾ ਮਿਸ਼ਨ ਔਰ ਸਭ ਤੋਂ ਵੱਡਾ ਮਿਸ਼ਨ ਇਹੋ ਹੀ ਸੀਗਾ ਕਿ ਕੈਨੇਡਾ ਦੇ ਵਿੱਚ ਅਸੀਂ ਦੇਖ ਰਹੇ ਹਾਂ, ਸਾਡੇ ਬੇਟੇ ਨੇ ਵੀ ਦੇਖਿਆ ਕਿ ਇੱਥੇ ਬਹੁਤ ਜ਼ਿਆਦਾ ਜਿਹੜੀ ਪਲਾਸਟਿਕ ਦੀ ਵੇਸਟ ਆ ਉਹ ਪਾਈਲ ਅਪ ਹੋਈ ਜਾ ਰਹੀ ਆ। ਜਿੱਦਾਂ ਫਾਰਮਰਸ ਯੂਜ਼ ਕਰਦੇ ਨੇ ਪਲਾਸਟਿਕ ਦੀ ਸ਼ੀਟ, ਉਹਨੂੰ ਆਪਣੇ ਸਨੋ ਵਾਲੇ ਮੌਸਮ ਦੇ ਵਿੱਚ ਬਚਾਉਣ ਤੋਂ ਉਹ ਗ੍ਰੀਨ ਹਾਊਸ ਬਣਾਉਂਦੇ ਨੇ, ਉਹਦੇ ਵਿੱਚ ਵੀ ਯੂਜ਼ ਹੁੰਦੀ ਆ, ਉਹ ਵੀ ਬਹੁਤ ਜ਼ਿਆਦਾ ਵੇਸਟ ਹੋ ਰਹੀ ਆ। ਫਿਰ ਉਸ ਤੋਂ ਇਲਾਵਾ ਜਿੰਨੀਆਂ ਵੀ ਘਰਾਂ ਦੇ ਵਿੱਚ ਪਲਾਸਟਿਕ ਦੇ ਪ੍ਰੋਡਕਟਸ ਅਸੀਂ ਜਦੋਂ ਦੇਖਿਆ, ਹਰ ਸਟੋਰ ਦੇ ਵਿੱਚ ਅਸੀਂ ਜਿੱਥੇ ਵੀ ਜਾਂਦੇ ਹਾਂ, ਗਰੋਸਰੀ ਕਰਨ ਜਾਂਦੇ ਹਾਂ, ਕੋਸਕੋ ਤੇ ਜਾਂਦੇ ਹਾਂ ਜਾਂ ਵਾਲਮਾਰਟ ਜਾਂਦੇ ਹਾਂ, ਕਿਤੇ ਵੀ ਜਾਂਦੇ ਹਾਂ, ਦੇਖਦੇ ਹਾਂ ਕਿ ਬਹੁਤ ਜ਼ਿਆਦਾ ਪਲਾਸਟਿਕ ਜਿਹੜਾ ਵਾ ਉਹ ਕੈਨੇਡਾ ਦੇ ਵਿੱਚ ਪ੍ਰੋਡਿਊਸ ਹੋ ਰਿਹਾ, ਔਰ ਹਰ ਚੀਜ਼ ਪਲਾਸਟਿਕ ਦੇ ਵਿੱਚ, ਪਲਾਸਟਿਕ ਦੇ ਕੰਟੇਨਰਸ ਦੇ ਵਿੱਚ ਆ ਰਹੀ ਹੈ। ਉਹ ਸਾਡਾ ਮਿਸ਼ਨ ਇਹੋ ਹੀ ਹੈ ਕਿ ਪਲਾਸਟਿਕ ਦੀ ਵੇਸਟ ਜਿਹੜੀ ਆ ਉਹਨੂੰ ਕਿਸ ਤਰ੍ਹਾਂ ਘਟਾਇਆ ਜਾਵੇ। ਅਗਰ ਅਸੀਂ ਇਹਨੂੰ ਨਹੀਂ ਰੋਕਾਂਗੇ, ਇਹ ਜਾਨਲੇਵਾ ਬਿਮਾਰੀਆਂ ਬਹੁਤ ਜ਼ਿਆਦੀਆਂ ਪੈਦਾ ਹੋਣਗੀਆਂ ਇਹਦੇ ਵਿੱਚੋਂ। ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਹਰ ਪਾਰਕ ਦੇ ਵਿੱਚ, ਹਰ ਗਾਰਡਨ ਦੇ ਵਿੱਚ, ਹਰ ਓਸ਼ਨ ਦੇ ਵਿੱਚ ਪਲਾਸਟਿਕ ਦੀ ਵੇਸਟ ਹੀ ਮਿਲੇਗੀ, ਜਿਹਦੇ ਨਾਲ ਕਿ ਬਹੁਤ ਹਾਰਮਫੁਲ ਜਿਹੜੀਆਂ ਡਿਸੀਜ਼ਸ ਪੈਦਾ ਹੋਣਗੀਆਂ, ਔਰ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਤੋਂ ਬਚਾਅ ਜਿਹੜਾ ਉਹ ਬਹੁਤ ਮੁਸ਼ਕਿਲ ਹੋ ਜਾਏਗਾ। ਇਸ ਕਰਕੇ ਮੈਂ ਹਰ ਬੰਦੇ ਨੂੰ ਇਹੋ ਹੀ ਅਪੀਲ ਕਰਦਾ ਵਾਂ, ਕੈਨੇਡਾ ਦੇ ਵਿੱਚ ਰਹਿਣ ਵਾਲੇ ਨੂੰ, ਕਿ ਅਗਰ ਪਲਾਸਟਿਕ ਦੀ ਰੀਸਾਈਕਲ ਦਾ ਮਿਸ਼ਨ ਅਸੀਂ ਜਿਹੜਾ ਲੈ ਕੇ ਆਏ ਹਾਂ, ਰਿਡਿਊਸ, ਰੀਯੂਜ਼ ਐਂਡ ਰੀਸਾਈਕਲ ਪਲਾਸਟਿਕ ਵੇਸਟ, ਅਸੀਂ ਪਲਾਸਟਿਕ ਦੀ ਵੇਸਟ ਨੂੰ ਕਿਸ ਤਰ੍ਹਾਂ ਰਿਡਿਊਸ ਕਰਨਾ ਵਾ, ਕਿਸ ਤਰ੍ਹਾਂ ਉਹਨੂੰ ਰੀਯੂਜ਼ ਕਰਨਾ ਵਾ, ਕਿਸ ਤਰ੍ਹਾਂ ਉਹਨੂੰ ਰੀਸਾਈਕਲ ਕਰਨਾ ਵਾ, ਉਹ ਮਿਸ਼ਨ ਸਾਡਾ ਕੈਨੇਡਾ ਦੇ ਵਿੱਚ ਆਂਦਾ ਇਹੋ ਹੀ ਮਿਸ਼ਨ ਸੀ ਕਿ ਪਲਾਸਟਿਕ ਦੀ ਵੇਸਟ ਨੂੰ ਘਟਾਉਣ ਵਾਸਤੇ ਆਪਾਂ RRR ਜਿਹੜਾ ਸਾਡਾ ਮਿਸ਼ਨ ਹੈ, ਰਿਡਿਊਸ, ਰੀਯੂਜ਼, ਰੀਸਾਈਕਲ ਔਰ ਪਲਾਸਟਿਕ ਵੇਸਟ, ਉਹਦੇ ਪ੍ਰੋਡਕਟਸ ਬਣਾ ਕੇ ਘਰਾਂ ਦੇ ਵਿੱਚ ਦਿੱਤੇ ਜਾਣ, ਘਰਾਂ ਵਾਲੇ ਇਹਨੂੰ ਸਪੋਰਟ ਕਰਨ, ਸਿਟੀਜ਼ ਇਹਨੂੰ ਕੌਂਸਲ ਜਿਹੜੀਆਂ ਨੇ ਉਹ ਪਾਸ ਕਰਨ ਇਹਨਾਂ ਨੂੰ, ਔਰ ਇਹ ਜਿਹੜੇ ਪ੍ਰੋਡਕਟਸ ਇਹ ਵੁੱਡ ਦੀ ਜਗ੍ਹਾ ਰਿਪਲੇਸ ਹੋਣ, ਕੰਕਰੀਟ ਦੀ ਜਗ੍ਹਾ ਰਿਪਲੇਸ ਹੋਣ, ਸਟੀਲ ਦੀ ਜਗ੍ਹਾ ਰਿਪਲੇਸ ਹੋਣ, ਔਰ ਤਾਂ ਕਿ ਇਹਦੀ ਯੂਜ਼ ਜਿਹੜੀ ਆ ਹਰ ਲਾਈਫ ਦੇ ਵਿੱਚ, ਹਰ ਐਵਰੀਬਡੀ ਦੀ ਲਾਈਫ ਦੇ ਵਿੱਚ ਵੱਧ ਤੋਂ ਵੱਧ ਇਹਦੀ ਯੂਜ਼ ਹੋ ਸਕੇ। ਤਾਂ ਹੀ ਆਪਾਂ ਪਲਾਸਟਿਕ ਦੀ ਵੇਸਟ ਨੂੰ ਰੀਸਾਈਕਲ ਕਰਕੇ ਲੋਕਾਂ ਨੂੰ ਰੀਯੂਜ਼ ਕਰਨ ਵਾਸਤੇ ਘਰਾਂ 'ਚ ਦੇ ਸਕਦੇ ਹਾਂ। ਔਰ ਮੈਂ ਇਹਦੇ ਵਿੱਚ ਇੱਕ ਚੀਜ਼, ਇਹਦੇ ਕੁਝ ਫੀਚਰਸ ਹੁਣ ਅਗਰ ਐਡ ਕਰਨ ਦੀ ਗੱਲ ਕਰਾਂ, ਇਹਦੇ ਜਿਹੜੇ ਫੀਚਰਸ ਆ, ਲੋਕੀ ਕਹਿਣਗੇ ਜੀ ਅਸੀਂ ਵੁੱਡ ਐਡੀ ਸੋਹਣੀ ਲੱਗਦੀ ਆ, ਉਹਨੂੰ ਛੱਡ ਕੇ ਆਪਾਂ ਪਲਾਸਟਿਕ ਦੀ ਵੇਸਟ ਦੇ ਪ੍ਰੋਡਕਟ ਕਿਉਂ ਯੂਜ਼ ਕਰੀਏ। ਵੇਖੋ ਇਹਦੇ ਵਿੱਚ ਕੁਝ ਜਿਹੜੇ ਮੇਨ ਫੀਚਰਸ ਨੇ, ਇੱਕ ਤੇ ਪਲਾਸਟਿਕ ਦੀ ਜਿਹੜੀ ਆ, ਇਹਨੂੰ ਤੁਸੀਂ ਜਿਸ ਤਰ੍ਹਾਂ ਤੁਹਾਡੀਆਂ ਬੇਸਮੈਂਟਸ ਨੇ ਉਹਦੇ ਵਿੱਚ ਸਲਾਬ ਆ ਜਾਂਦੀ ਆ, ਤੁਸੀਂ ਅਗਰ ਇਹਦੀਆਂ ਟਾਈਲਸ ਆਪਣੀਆਂ ਬੇਸਮੈਂਟ ਦੇ ਵਿੱਚ ਯੂਜ਼ ਕਰਦੇ ਜੇ, ਇੱਕ ਤੇ ਇਹਦੀ ਲਾਈਫ ਟਾਈਮ ਗਰੰਟੀ ਹੈ ਕਿ ਇਹਨੂੰ ਕਦੀ, ਪਲਾਸਟਿਕ ਆ ਹਰ ਬੰਦੇ ਨੂੰ ਪਤਾ ਵਾ ਕਿ ਪਲਾਸਟਿਕ ਨੂੰ ਪਾਣੀ ਦਾ ਕੋਈ ਅਸਰ ਨਹੀਂ ਆ, ਉੱਥੇ ਸਲਾਬ ਆ ਜਾਂਦੀ ਆ, ਕੁਝ ਵੀ ਆ ਜਾਂਦਾ ਵਾ, ਇਹਨੂੰ ਕੋਈ ਕੀੜਾ ਨਹੀਂ ਲੱਗਣਾ, ਇਹਨੂੰ ਕੋਈ ਪਾਣੀ ਦਾ ਅਸਰ ਨਹੀਂ ਆ, ਇਹਨੂੰ ਕੋਈ ਮੌਸਮ ਦਾ, ਵੈਦਰ ਦਾ ਅਸਰ ਨਹੀਂ ਆ। ਫਿਰ ਇਹਦੇ ਵਿੱਚ ਨੇਲਿੰਗ ਔਰ ਸਕਰਿਊਇੰਗ ਬੜੀ ਈਜ਼ੀ ਆ, ਔਰ ਇਹ ਜਿਹੜੇ ਪਲਾਸਟਿਕ ਦੇ ਬਣਾਏ ਹੋਏ ਪ੍ਰੋਡਕਟ ਨੇ, ਇਹਨਾਂ ਨੂੰ ਆਪਾਂ ਖੂਬਸੂਰਤ ਕਰਨ ਵਾਸਤੇ ਵੀ ਬਹੁਤ ਖਾਸ ਧਿਆਨ ਦਿੱਤਾ ਵਾ। ਇਹਦੇ ਉੱਤੇ ਲੈਮੀਨੇਟ ਕਰਕੇ ਵੁੱਡ ਦੀ ਸ਼ੇਪ ਵੀ ਦਿੱਤੀ ਆ, ਘਰਾਂ ਦੇ ਵਿੱਚ ਫਰਨੀਚਰ ਦੇ ਵਿੱਚ ਵੀ ਯੂਜ਼ ਕਰ ਸਕਦੇ ਜੇ, ਵਾਲ ਪੈਨਲਿੰਗ ਕਰ ਸਕਦੇ ਜੇ, ਆਊਟਡੋਰ ਦੇ ਫਰਨੀਚਰ ਬਣਾ ਸਕਦੇ ਜੇ ਇਹਦੇ। ਔਰ ਇਹਦੇ ਫੀਚਰਸ ਦੀ ਅਗਰ ਮੈਂ ਗੱਲ ਕਰਾਂ, ਇਹਨੂੰ ਕੋਈ ਲੱਕੜ ਦੇ ਸਾਹਮਣੇ ਨਾ ਇਹਦੀ ਕੋਈ ਸਪਲਿੰਟਰਿੰਗ ਹੋਣੀ ਆ, ਨਾ ਕੋਈ ਇਹਦੀਆਂ ਛਿਲਤਾਂ ਉਤਰਨੀਆਂ, ਨਾ ਇਹਨੂੰ ਕੋਈ ਕੀੜਾ ਲੱਗਣਾ ਵਾ, ਇਹਦੀ ਮਤਲਬ ਹਰ ਤਰ੍ਹਾਂ ਵੁੱਡ ਨਾਲੋਂ ਬੈਟਰ ਹੀ ਆ। ਤੇ ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਸਾਡੇ ਨਾਲ ਇੱਕ ਖਾਸ ਮਹਿਮਾਨ ਜੁੜਨਗੇ, ਜਿਨ੍ਹਾਂ ਵੱਲੋਂ ਇਸ ਇਕੋ ਫ੍ਰੈਂਡਲੀ ਸਟਰਕਚਰ ਬਾਰੇ ਹੋਰ ਜਾਣਕਾਰੀ ਸਾਂਝੀ ਕੀਤੀ ਜਾਏਗੀ। ਬ੍ਰੇਕ ਤੋਂ ਬਾਅਦ ਸਵਾਗਤ ਹੈ ਤੁਹਾਡੇ ਸਾਰਿਆਂ ਦਾ। ਤੇ ਹੁਣ ਸਾਡੇ ਨਾਲ ਜੁੜ ਗਏ ਨੇ ਆਦੇਸ਼ਪਾਲ ਸਿੰਘ, ਜਿਨ੍ਹਾਂ ਨਾਲ ਅਸੀਂ ਇਸ ਚਰਚਾ ਨੂੰ ਅੱਗੇ ਵਧਾਉਂਦੇ ਹਾਂ। ਸੋ ਜਿਵੇਂ ਤੁਹਾਡਾ ਆਲਰੇਡੀ ਇੰਡੀਆ ਦੇ ਵਿੱਚ ਸੈਟਲ ਸੀਗਾ ਬਿਜ਼ਨਸ, ਤੇ ਤੁਹਾਡਾ ਕਿੰਜ ਪਲਾਨ ਬਣਿਆ ਕਿ ਕੈਨੇਡਾ ਵੀ ਮੂਵ ਹੋਈਏ? ਇੱਥੇ ਮੈਂ 3 ਇਅਰਸ ਅਗੋ ਸਟੱਡੀ ਕਰਨ ਆਇਆ ਓਨਟਾਰੀਓ ਟੈਕ ਯੂਨੀਵਰਸਿਟੀ ਵਿੱਚ, ਮਕੈਨੀਕਲ ਇੰਜੀਨੀਅਰਿੰਗ। ਤੇ ਸਟੱਡੀ ਕਰਨ ਦੇ ਦੌਰਾਨ ਮੈਨੂੰ ਪਤਾ ਲੱਗਿਆ ਕਿ ਇੱਥੇ ਪਲਾਸਟਿਕ ਦੀ ਵੇਸਟ ਬਹੁਤ ਜ਼ਿਆਦਾ ਪਾਈਲ ਅਪ ਹੋ ਰਹੀ ਆ। ਇੰਡੀਆ ਵਿੱਚ ਜਿਸ ਤਰ੍ਹਾਂ ਇੱਥੇ ਲੋਕਲ ਲੈਵਲ ਤੇ ਕਾਫੀ ਲੋਕ ਵੇਸਟ ਕਲੈਕਟ ਕਰਕੇ ਉਹਨੂੰ ਰੀਸਾਈਕਲ ਕਰ ਦਿੰਦੇ ਆ ਤੇ ਆਪਣੀ ਵੇਸਟ ਦੁਬਾਰਾ ਯੂਜ਼ ਕਰ ਲੈਂਦੇ ਆ। ਇੱਥੇ ਪਰ ਉਹ ਬਲੂ ਬਾਕਸ ਜਿਹੜਾ ਪ੍ਰੋਗਰਾਮ ਚਲਾਇਆ ਗਵਰਨਮੈਂਟ ਨੇ, ਉਹ ਵੇਸਟ ਜਿਹੜੀ ਆ ਉਹ ਰੀਸਾਈਕਲ ਨਹੀਂ ਹੋ ਰਹੀ, ਉਹ ਜਾਂ ਤੇ ਬਾਹਰ ਸ਼ਿਪ ਕਰ ਦਿੰਦੇ ਆ ਬਾਹਰਲੀਆਂ ਕੰਟਰੀਜ਼ ਨੂੰ, ਜਾਂ ਉਹਨੂੰ ਇਨਸੀਨਰੇਟ ਕਰ ਦਿੰਦੇ ਆ, ਤੇ ਜਾਂ ਉਹਨੂੰ ਲੈਂਡਫਿਲ ਵਿੱਚ ਸੁੱਟ ਦਿੰਦੇ ਆ। ਤੇ ਇਹ ਬਹੁਤ ਵੱਡੀ ਪ੍ਰੋਬਲਮ ਆ। ਇਹ ਫਿਰ ਮੈਂ ਸੋਚਿਆ ਕਿ ਮੇਰੇ ਪੇਰੈਂਟਸ ਬਿਜ਼ਨਸ ਚਲਾ ਰਹੇ ਆ ਇੰਡੀਆ ਵਿੱਚ, ਜਿਹਦੇ ਵਿੱਚ ਪਲਾਸਟਿਕ ਰੀਸਾਈਕਲਿੰਗ ਦਾ ਉਹਨਾਂ ਦਾ ਮੈਨੂਫੈਕਚਰਿੰਗ ਦਾ ਬਿਜ਼ਨਸ ਆ, ਤੇ ਉਹ ਇਹਨੂੰ ਯੂਜ਼ ਕਰਕੇ ਕੈਨੇਡਾ ਦੇ ਵਿੱਚ ਇਹਦੀ ਵੇਸਟ ਦੀ ਪ੍ਰੋਬਲਮ ਜਿਹੜੀ ਆ ਉਹ ਸੋਲਵ ਕੀਤੀ ਜਾ ਸਕਦੀ ਹੈ।
ਠੀਕ ਹੈ ਜੀ। ਤੇ ਜਿੱਦਾਂ ਆਪਾਂ ਦੇਖਦੇ ਹਾਂ ਕਿ ਜੇ ਕਿਸੇ ਵੀ ਸਮਾਨ ਤੇ ਆਪਾਂ ਇਕੋ ਫਰੈਂਡਲੀ ਲਾ ਦਈਏ ਜਾਂ ਆਰਗੈਨਿਕ ਲਾ ਦਈਏ ਤੇ ਉਹਦਾ ਜਿਹੜਾ ਮੁੱਲ ਹੈਗਾ ਉਹ ਉਦਾਂ ਹੀ ਵੱਧ ਜਾਂਦਾ ਹੈ। ਸੋ ਤੁਸੀਂ ਇਹ ਕਿੱਦਾਂ ਇਹਨੂੰ ਸੁਨਿਸ਼ਚਿਤ ਕਰੋਗੇ ਕਿ ਜਿਹੜਾ ਇਹਦਾ ਪ੍ਰਾਈਸ ਹੈ ਉਹ ਸਾਰਿਆਂ ਲਈ ਅਫੋਰਡੇਬਲ ਹੋਏ? ਅਫੋਰਡੇਬਿਲਟੀ ਵਿੱਚ ਗਵਰਨਮੈਂਟ ਕਾਫੀ ਹੈਲਪ ਕਰ ਸਕਦੀ ਆ। ਜਿਸ ਤਰ੍ਹਾਂ ਮਿਊਨਿਸਪੈਲਿਟੀਜ਼ ਵੇਸਟ ਕਲੈਕਟ ਕਰਦੀਆਂ ਆ ਤਾਂ ਉਹ ਵੇਸਟ ਜਿਹੜੀਆਂ ਆ ਉਹ ਸਾਨੂੰ ਗਵਰਨਮੈਂਟ ਇੱਕ ਰੀਜ਼ਨੇਬਲ ਪ੍ਰਾਈਸ ਤੇ ਜੇ ਪ੍ਰੋਵਾਈਡ ਕਰੇ ਤੇ ਅਸੀਂ ਇਹ ਮੇਕ ਸ਼ੋਰ ਕਰਾਂਗੇ ਕਿ ਜਿਹੜਾ ਪ੍ਰੋਡਕਟ ਦਾ ਪ੍ਰਾਈਸ ਆ ਉਹ ਵੀ ਰੀਜ਼ਨੇਬਲ ਹੋਵੇ ਤੇ ਜਿਹੜੇ ਲੋਕ ਆ ਉਹ ਇਹਨੂੰ ਆਸਾਨੀ ਨਾਲ ਆਪਣੇ ਘਰਾਂ ਦੇ ਵਿੱਚ ਯੂਜ਼ ਕਰ ਸਕਣ। ਠੀਕ ਹੈ ਜੀ। ਤੇ ਹਲੇ ਤੱਕ ਸਰਕਾਰ ਵੱਲੋਂ ਤੁਹਾਡੀ ਕੀ ਮੰਗ ਹੈਗੀ ਹੈ, ਮਤਲਬ ਤੁਸੀਂ ਕੀ ਚਾਹੁੰਦੇ ਹੋ ਸਰਕਾਰ ਤੋਂ ਕਿ ਉਹ ਕਿਵੇਂ ਤੁਹਾਡਾ ਸਹਿਯੋਗ ਕਰਨ? ਸਰਕਾਰ ਕੋਲੋਂ ਅਸੀਂ ਇਹੋ ਹੀ ਅਪੀਲ ਕਰਦੇ ਹਾਂ ਕਿ ਉਹ ਮਿਊਨਿਸਪੈਲਿਟੀਜ਼ ਵਿੱਚ ਜਿਹੜੇ ਆ ਬੈਂਚ ਬਣਾਉਂਦੇ ਆ ਤੇ ਸਾਈਡ ਵਾਕ ਦੇ ਵਿੱਚ ਜਿਹੜੀਆਂ ਟਾਈਲਸ ਲੱਗਦੀਆਂ ਨੇ ਉਹ ਕੰਕਰੀਟ ਦੀਆਂ ਬਣਾਉਣ ਦੀ ਜਗ੍ਹਾ ਇਹ ਵਾਲੀਆਂ ਟਾਈਲਸ ਜਿਹੜੀਆਂ ਯੂਜ਼ ਕਰ ਸਕਦੇ ਆ। ਇਹਦੇ ਨਾਲ ਇਹ ਫਾਇਦਾ ਹੋਏਗਾ ਕਿ ਕੰਕਰੀਟ ਜਿਹੜਾ ਇੱਕ ਤੇ ਪੋਲੂਸ਼ਨ ਬਹੁਤ ਕ੍ਰੀਏਟ ਕਰਦਾ ਜਦੋਂ ਕੰਕਰੀਟ ਨੂੰ ਬਣਾਉਣਾ ਹੁੰਦਾ ਹੈ, ਉਹਨੂੰ ਫਿਰ ਆਪਾਂ ਰੀਸਾਈਕਲ ਵੀ ਨਹੀਂ ਕਰ ਸਕਦੇ। ਇਹ ਜਿਹੜੀਆਂ ਟਾਈਲਸ ਆ ਤੇ ਇਹ ਪ੍ਰੋਡਕਟ ਆ ਇਹਨਾਂ ਨੂੰ ਅਸੀਂ ਦੁਬਾਰਾ ਉਹਨਾਂ ਮਸ਼ੀਨਾਂ ਵਿੱਚ ਹੀ ਪਾ ਕੇ ਦੁਬਾਰਾ ਰੀਸਾਈਕਲ ਕਰਕੇ ਨਵੀਂ ਚੀਜ਼ ਬਣਾ ਸਕਦੇ ਹਾਂ। ਠੀਕ ਹੈ। ਤੇ ਇਹ ਜਿਹੜਾ ਤੁਹਾਡਾ ਪ੍ਰੋਡਕਟ ਹੈਗਾ ਇਹਦਾ ਕੁਆਲਿਟੀ ਚੈੱਕ ਕਿਵੇਂ ਕਰੀਦੇ ਆ? ਇਹ ਪ੍ਰੋਡਕਟ ਦਾ ਕੁਆਲਿਟੀ ਚੈੱਕ ਵਾਸਤੇ ਸਟਰੈਂਥ ਟੈਸਟ ਹੁੰਦੇ ਆ ਤੇ ਇਹਦੇ ਵਿੱਚ ਲੈਬ ਹੈਗੀ ਆ ਸਾਡੇ ਕੋਲ ਜਿਹਦੇ ਵਿੱਚ ਅਸੀਂ ਇਹਨੂੰ ਟੈਸਟ ਕਰ ਸਕਦੇ ਹਾਂ ਕਿ ਇਹਦੀ ਸਟਰੈਂਥ ਠੀਕ ਆ ਤੇ ਇਹਦੀ ਕੋਈ ਐਮਿਸ਼ਨਸ ਨਹੀਂ ਹੋਣੀਆਂ ਚਾਹੀਦੀਆਂ। ਜ਼ੀਰੋ ਐਮਿਸ਼ਨਸ ਵਾਲੇ ਇਹ ਪ੍ਰੋਡਕਟ ਆ ਤੇ ਇਹਦੇ ਵਿੱਚ ਕਲੀਨ ਵੇਸਟ ਯੂਜ਼ ਕਰਦੇ ਆ। ਇਹਨੂੰ ਆਪਾਂ 50 ਟਨ ਆਫ ਟਰੱਕ ਦੇ ਥੱਲੇ ਇਹਨੂੰ ਆਪਾਂ ਟੈਸਟ ਕੀਤਾ ਹੈ, ਇਹਦੀ ਬ੍ਰੇਕੇਜ ਨਹੀਂ ਕੋਈ ਆਈ। ਜਦ ਕਿ ਕੰਕਰੀਟ ਵਾਲੀ ਜਿਹੜੀ ਹੈ ਟਾਈਲਸ ਉਹ ਕੁਝ ਟਾਈਮ ਬਾਅਦ ਅਗਰ ਤੁਸੀਂ ਦੋਵਾਂ ਟਾਈਲਾਂ ਨੂੰ ਆਪਸ ਵਿੱਚ ਮਾਰੋਗੇ ਤੇ ਉਹ ਟੁੱਟ ਜਾਏਗੀ, ਐ ਨਹੀਂ ਟੁੱਟਦੀਆਂ ਟਾਈਲਾਂ। ਠੀਕ ਹੈ ਜੀ। ਤੇ ਇਹਨਾਂ ਨੂੰ ਰੀਸਾਈਕਲ ਵੀ ਕੀਤਾ ਜਾ ਸਕਦਾ ਅਗੇਨ। ਠੀਕ ਹੈ। ਸੋ ਇੰਡੀਆ ਤੇ ਕੈਨੇਡਾ ਤੋਂ ਬਾਅਦ ਤੁਹਾਡਾ ਕਿਸੇ ਹੋਰ ਕੰਟਰੀ 'ਚ ਵੀ ਮਤਲਬ ਇਸ ਪ੍ਰੋਗਰਾਮ ਨੂੰ ਫੈਲਾਉਣ ਦਾ ਉਹ ਹੈਗਾ ਵਿਚਾਰ? ਕੈਨੇਡਾ ਵਿੱਚ ਬਹੁਤ ਵੱਡੀ ਵੇਸਟ ਦੀ ਜਿਹੜੀ ਪ੍ਰੋਬਲਮ ਆ ਸਭ ਤੋਂ ਜ਼ਿਆਦਾ ਕੈਨੇਡਾ ਵਿੱਚ ਹੀ ਆ ਰਹੀ ਆ। ਇਸ ਤੋਂ ਬਾਅਦ ਅਮਰੀਕਾ ਵਾਲੇ ਜਿਹੜੇ ਆ ਉਹ ਵੀ ਆਪਣੀ ਵੇਸਟ ਪ੍ਰੋਡਿਊਸ ਕਰਦੇ ਆ ਪਰ ਉਹ ਰੀਸਾਈਕਲ ਵੀ ਕਰ ਲੈਂਦੇ ਆ। ਇਹ ਸਿਰਫ ਕੈਨੇਡਾ ਵਿੱਚ ਹੀ ਸਭ ਤੋਂ ਵੱਡੀ ਪ੍ਰੋਬਲਮ ਅਸੀਂ ਵੇਖੀ ਆ, ਬਾਕੀ ਕੰਟਰੀਆਂ। ਤੇ ਜਿਵੇਂ ਹਰ ਕੰਟਰੀ ਦੇ ਨੋਰਮਸ ਅਲੱਗ-ਅਲੱਗ ਹੁੰਦੇ ਆ ਤੇ ਤੁਹਾਨੂੰ ਨੋਰਮ ਕਲੀਅਰ ਕਰਨ 'ਚ ਕੈਨੇਡਾ ਵਿੱਚ ਕੋਈ ਪ੍ਰੋਬਲਮ ਆਈ ਸੀ ਸਟਾਰਟਿੰਗ 'ਚ? ਕੈਨੇਡਾ ਦੇ ਨੋਰਮਸ ਜਿਹੜੇ ਆ ਉਹ ਪਲਾਸਟਿਕ ਦੇ ਖਿਲਾਫ ਇੰਨੇ ਸਟ੍ਰਿਕਟ ਨਹੀਂ ਆ ਜਿਹੜੇ ਕਿ ਹੋਣੇ ਚਾਹੀਦੇ ਆ। ਸਾਰੀਆਂ ਕੰਟਰੀਜ਼ ਨੇ ਆਪਣਾ 2015-16 ਵਿੱਚ ਦੇ ਲਾਗੇ ਕਲੀਅਰ ਕਰ ਦਿੱਤਾ ਸੀ ਕਿ ਦੂਸਰੀਆਂ ਕੰਟਰੀਜ਼ ਨੂੰ ਅਸੀਂ ਆਪਣੀ ਵੇਸਟ ਜਿਹੜੀ ਆ ਐਕਸਪੋਰਟ ਨਹੀਂ ਕਰਾਂਗੇ, ਜਦਕਿ ਕੈਨੇਡਾ ਵਨ ਆਫ ਦਾ ਲਾਸਟ ਕੰਟਰੀ ਸੀ ਇਹਦੇ ਤੇ ਸਾਈਨ ਕਰਨ ਵਾਲਾ। ਇਹਦੇ ਵਿੱਚ ਆਪਾਂ ਜਿਹੜਾ ਵਾ ਇਹਦਾ ਪਲਾਂਟ ਆਪਾਂ ਇੱਥੇ ਕੈਨੇਡਾ ਦੇ ਵਿੱਚ ਲਗਾ ਕੇ ਇਹਨੂੰ ਆਪਾਂ ਲਾਰਜ ਸਕੇਲ ਤੇ ਇਹਨੂੰ ਮੈਗਾ ਪ੍ਰੋਜੈਕਟ ਦੇ ਵਿੱਚ ਲਗਾ ਕੇ ਵੱਧ ਤੋਂ ਵੱਧ ਜਿਹੜੀ ਪਲਾਸਟਿਕ ਵੇਸਟ ਨੂੰ ਉਹਨੂੰ ਰੀਸਾਈਕਲ ਕਰਾਂਗੇ। ਸਭ ਤੋਂ ਵੱਡਾ ਸਾਡਾ ਫਸਟ ਜਿਹੜਾ ਟਾਰਗੇਟ ਆ ਉਹ ਕੰਪਨੀਜ਼ ਨੇ ਜਿਨ੍ਹਾਂ ਕੋਲੋਂ ਕਿ ਇਸ ਤਰ੍ਹਾਂ ਦੀ ਫਰੈਸ਼ ਵੇਸਟ ਜਿਹੜੀ ਆ ਸਕ੍ਰੈਪ ਬਹੁਤ ਹੀ ਵੱਡੇ ਸਕੇਲ ਤੇ ਨਿਕਲ ਰਹੀ ਹੈ, ਉਹਨੂੰ ਪਾਈਲ ਅਪ ਕਰਨ ਦੀ ਜਗ੍ਹਾ ਤੇ ਗੰਦੀ ਹੋਣ ਦੀ ਜਗ੍ਹਾ ਤੇ ਅਸੀਂ ਚਾਹਾਂਗੇ ਕਿ ਅਸੀਂ ਆਪਣਾ ਇੱਕ ਪ੍ਰੋਟੋਟਾਈਪ ਪਲਾਂਟ ਉਹਨਾਂ ਫੈਕਟਰੀਆਂ ਦੇ ਅੰਦਰ ਹੀ ਲਗਾ ਦਿੱਤਾ ਜਾਵੇ ਉਹਨਾਂ ਦੇ ਪਰਮਿਸਿਸ 'ਚ, ਤਾਂ ਕਿ ਇਸ ਵੇਸਟ ਨੂੰ ਟਰਾਂਸਪੋਰਟ ਕਰਨ ਵਾਸਤੇ ਫਾਲਤੂ ਦੀ એનર્ਜੀ ਨਾ ਲੱਗੇ। ਉੱਥੇ ਹੀ ਉਹਨਾਂ ਦੇ ਪ੍ਰੋਡਕਟ ਉਹਨਾਂ ਦੇ ਪੈਲੇਟਸ ਬਣਾ ਦਈਏ, ਉਹਦੇ ਤੇ ਉਹ ਪੈਕਿੰਗ ਕਰਨ, ਉਹੋ ਹੀ ਉਹਨਾਂ ਦੀ ਵੇਸਟ ਉਹਨਾਂ ਲਈ ਇੱਕ ਵਰਦਾਨ ਸਾਬਤ ਹੋ ਜਾਏਗੀ। ਉਹੋ ਹੀ ਯੂਜ਼ ਕਰ ਲੈਣਗੇ ਵੇਸਟ ਨੂੰ ਔਰ ਵੇਸਟ ਜਿਹੜੀ ਆ ਲੈਂਡਫਿਲ ਜਾਣ ਤੋਂ ਬਚ ਜਾਏਗੀ। ਫਿਰ ਇਹਦੇ ਨਾਲ ਨਾਲ ਅਸੀਂ ਦੇਖ ਰਹੇ ਹਾਂ ਓਨਟਾਰੀਓ ਦੇ ਵਿੱਚ ਅਸੀਂ ਹੁਣ ਜਗ੍ਹਾ ਲੱਭ ਰਹੇ ਹਾਂ ਕਿ ਅਸੀਂ ਆਪਣਾ ਪਲਾਂਟ ਕਿੱਥੇ ਲਗਾਉਣਾ ਜੀ। ਪਲਾਂਟ ਲਗਾ ਕੇ ਉਸ ਤੋਂ ਬਾਅਦ ਅਸੀਂ ਜਿਹੜੇ ਕੈਨੇਡੀਅਨਸ ਨੇ ਅਸੀਂ ਉਹਨਾਂ ਨੂੰ ਇਨਵਾਈਟ ਕਰਨਾ ਚਾਹਾਂਗੇ ਕਿ ਉਹ ਸਾਡੇ ਕੋਲੋਂ ਟੈਕਨੋਲੋਜੀ ਲੈ ਸਕਦੇ, ਟਰਨ ਕੀ ਪਲਾਂਟਸ ਲੈ ਸਕਦੇ, ਮਸ਼ੀਨਸ ਅਸੀਂ ਇੰਡੀਆ 'ਚ ਬਣਾਉਂਦੇ ਹਾਂ, ਅਸੀਂ ਉਹਨਾਂ ਨੂੰ ਮਸ਼ੀਨਸ ਦੇ ਸਕਦੇ ਹਾਂ, ਟੈਕਨੋਲੋਜੀ ਦੇ ਸਕਦੇ ਹਾਂ। ਉਹ ਆਪਣੇ ਸ਼ਹਿਰ ਦੇ ਵਿੱਚ ਜਿੱਥੇ ਵੀ ਉਹਨਾਂ ਨੂੰ ਸਕ੍ਰੈਪ ਵੇਸਟ ਮਿਲਦੀ ਪਈ ਹੈ ਪਲਾਸਟਿਕ ਦੀ, ਉੱਥੇ ਹੀ ਪਲਾਂਟ ਲਾ ਕੇ ਤੇ ਰੀਸਾਈਕਲ ਵਾਲਾ ਯੂਨਿਟ ਸਟਾਰਟ ਕਰ ਸਕਦੇ ਆ। ਉਹਨਾਂ ਦੀ ਅਸੀਂ ਪੂਰੀ ਹੈਲਪ ਕਰਾਂਗੇ। ਠੀਕ ਹੈ ਜੀ। ਤੇ ਜਿੱਦਾਂ ਤੁਸੀਂ ਕਿਹਾ ਕਿ ਟਰਾਂਸਪੋਰਟੇਸ਼ਨ ਘੱਟ ਹੋ ਜਾਏਗੀ ਉਹਦੇ ਨਾਲ, ਜਿਵੇਂ ਪਲਾਂਟ ਮਤਲਬ ਜੇ ਉੱਥੇ ਲੱਗ ਜਾਏ, ਤੇ ਇਹ ਕਿੰਨੀ ਕੁ ਜਗ੍ਹਾ ਮਤਲਬ ਯੂਜ਼ ਕਰਦਾ ਹੈ ਕਿ ਇੱਕ ਪਲਾਂਟ ਲੱਗ ਜਾਏ? ਇਹਦੇ ਵਿੱਚ ਜੇ ਅਸੀਂ ਇੰਡੀਆ ਦੇ ਹਿਸਾਬ ਨਾਲ ਦੇਖਿਆ ਜਾਈਏ 1 ਏਕੜ ਦੇ ਵਿੱਚ ਕਾਫੀ ਵੱਡਾ ਪਲਾਂਟ ਲੱਗ ਜਾਂਦਾ ਹੈ। ਉਹਦੇ ਵਿੱਚ ਅਸੀਂ ਘੱਟੋ ਘੱਟ ਵੀ ਮਤਲਬ 20 ਤੋਂ 30 ਟਨ ਪਲਾਸਟਿਕ ਵੇਸਟ ਇੱਕ ਦਿਨ 'ਚ ਕੰਜ਼ਿਊਮ ਕਰ ਸਕਦੇ ਹਾਂ ਔਰ ਕਾਫੀ ਵੱਡਾ ਅੰਕੜਾ ਹੈ। ਅਗਰ ਇਹਨੂੰ ਤੁਸੀਂ 16 ਜਾਂ 20 ਫੈਕਟਰੀਆਂ ਅਸੀਂ ਕੈਨੇਡਾ 'ਚ ਆਉਣ ਵਾਲੇ 5-7 ਸਾਲਾਂ ਦੇ ਵਿੱਚ ਲਗਾ ਦਈਏ ਤੇ ਮੇਰੇ ਹਿਸਾਬ ਨਾਲ ਜੋ 10% ਰੀਸਾਈਕਲਿੰਗ ਵਾਲਾ ਫਿਗਰ ਆ ਇਹਨੂੰ ਅਸੀਂ 20 ਜਾਂ 30 ਤੱਕ ਲੈ ਕੇ ਜਾ ਸਕਦੇ ਹਾਂ। ਸੋ ਆਖਰੀ ਵਿੱਚ ਤੁਹਾਡਾ ਕੋਈ ਸਾਡੇ ਦਰਸ਼ਕਾਂ ਲਈ ਮੈਸੇਜ ਹੈਗਾ? ਦਰਸ਼ਕਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹਾਂਗਾ
ਕਿ ਉਹ ਵੁੱਡ ਵਾਲੇ ਫਰਨੀਚਰ ਦੀ ਜਗ੍ਹਾ ਤੇ ਇਹ ਰੀਸਾਈਕਲ ਵਾਲੇ ਪਲਾਸਟਿਕ ਦਾ ਫਰਨੀਚਰ ਯੂਜ਼ ਕਰਨ। ਇੱਕ ਤੇ ਇਹਦੀ ਲਾਈਫ ਜਿਹੜੀ ਆ ਲਾਈਫ ਲੌਂਗ ਹੈਗੀ ਆ, ਦੂਸਰਾ ਇਹਦੇ ਵਾਸਤੇ ਕੋਈ ਦਰਖਤ ਨਹੀਂ ਕੱਟਿਆ ਜਾ ਸਕਦਾ, ਤੀਸਰਾ ਇਹ ਆ ਜਿਵੇਂ ਸਾਡੇ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਪਹਿਲੇ ਗੁਰੂ, ਉਹਨਾਂ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ, ਤੇ ਅਸੀਂ ਉਹਨਾਂ ਦੇ ਉਪਦੇਸ਼ ਦੇ ਸਦਕਾ ਚੱਲਦੇ ਹੋਏ ਆਪਣੀ ਇਸ ਧਰਤੀ ਨੂੰ ਆਪਾਂ ਕਲੀਨ ਕਰੀਏ। ਇਹਦਾ ਤੁਹਾਡਾ ਸਹਿਯੋਗ ਕੀ ਹੋਏਗਾ? ਤੁਸੀਂ ਇਹ ਪ੍ਰੋਡਕਟ ਪਰਚੇਜ਼ ਕਰੋਗੇ, ਖਰੀਦੋਗੇ, ਤੇ ਇਹ ਧਰਤੀ ਜਿਹੜੀ ਆ ਉਹ ਅਸੀਂ ਕਲੀਨ ਕਰਾਂਗੇ। ਇਹ ਤੁਹਾਡੇ ਸਹਿਯੋਗ ਨਾਲ। ਥੈਂਕ ਯੂ ਸੋ ਮਚ ਇੰਨੀ ਜਾਣਕਾਰੀ ਸ਼ੇਅਰ ਕਰਨ ਲਈ ਸਾਡੇ ਨਾਲ, ਬਹੁਤ ਬਹੁਤ ਧੰਨਵਾਦ। ਧੰਨਵਾਦ। ਸੋ ਐਸੀ ਅੱਜ ਦੀ ਸਾਡੀ ਖਾਸ ਗੱਲਬਾਤ ਵੁੱਡਮੈਕ ਤੋਂ ਜਤਿੰਦਰਪਾਲ ਸਿੰਘ, ਆਦੇਸ਼ਪਾਲ ਸਿੰਘ ਅਤੇ ਪ੍ਰਤਾਪ ਸਿੰਘ ਦੇ ਨਾਲ, ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਕਿਵੇਂ ਪਲਾਸਟਿਕ ਨੂੰ ਰੀਸਾਈਕਲ ਕਰਕੇ ਅਸੀਂ এনवायरमेंट ਦੀ ਬਿਹਤਰੀ ਵਿੱਚ ਸਹਿਯੋਗ ਦੇ ਸਕਦੇ ਹਾਂ। ਸੋ ਹੁਣ ਤੱਕ ਲਈ ਬਸ ਇੰਨਾ ਹੀ, ਤੇ ਸਾਨੂੰ ਦਿਓ ਇਜਾਜ਼ਤ। ਦੇਸ਼ ਦੁਨੀਆ ਦੀ ਖਬਰਾਂ ਵਾਸਤੇ ਜੁੜੇ ਰਹੋ PTC ਦੇ ਨਾਲ।